प्रवासी टीवी ते प्रवासी प्रॉपर्टी साडा ये स्पैशल शो ਜਿਹੜੇ ਵੀ ਸਾਡੇ ਦਰਸ਼ਕ ਇਸ ਵੇਲੇ ਦੇਖ ਰਹੇ ਆ ਸਭ ਦਾ ਸਵਾਗਤ ਕਰਦੇ ਆ, ਸਭ ਦਾ ਵੈਲਕਮ ਕਰਦੇ ਆ। ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਇਹ ਤੁਹਾਡੇ ਲਈ ਅਸੀਂ ਇਹ ਜਿਹੜਾ ਪ੍ਰੋਗਰਾਮ ਪੇਸ਼ ਕਰ ਰਹੇ ਆ। ਮੈਂ ਖੁਦ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਿਹਾ ਤਾਂ ਕਿ ਰੀਅਲ estate ਦੀ ਜਿਹੜੀ ਇੰਡਸਟਰੀ ਹੈ ਉਸ ਨੂੰ ਅੰਡਰਸਟੈਂਡ ਕੀਤਾ ਜਾਵੇ। ਉਹਦੇ ਵਿੱਚ ਬੜਾ ਹੀ ਕੁਝ ਹੈ, ਅਸੀਂ ਹਰ ਹਫ਼ਤੇ ਗੱਲ ਕਰਦੇ ਹੁੰਦੇ ਆ ਕਿ ਇਹਦੇ ਵਿੱਚ ਰੈਜ਼ੀਡੈਂਸ਼ੀਅਲ ਵੀ ਹੈ, ਇਹਦੇ ਵਿੱਚ ਕਮਰਸ਼ੀਅਲ ਵੀ ਹੈ, ਇੰਨਾ ਕੁਛ ਹੈ ਇਹਦੇ ਵਿੱਚ ਲੀਜ਼ ਵਾਲਾ ਪਾਰਟ ਵੀ ਹੈ, ਰੈਂਟ ਵਾਲਾ ਪਾर्ट भी है। तो डिपेंड करता है कि कोई रियल एस्टेट का जोड़ा एजेंट है, ब्रोकर है, वो किस गल ते फोकस करना चाहता है। क्योंकि इंडिविजुअल कोई भी बंदा होएगा उन्होंने एक चीज़ से जब तक फोकस नहीं करेगा तब तक वो उस चीज़ का एक्सपर्ट नहीं बन सकेगा। तो वन पर्सन होवे तो उन्होंने एक चीज़ ते ही फोकस करना चाहिए। और इस करके तुसीं देखा होगा कुछ लोग प्लाजे बेचते हैं, प्लाजे खरीद के देंगे, वो प्लाजिया च स्पैशलिस्ट बन जाते हैं। कुछ लोग होटल इंडस्ट्री च, कोई गैस स्टेशनों के विच, कोई रीसेल घरां दे विच, कोई प्री कंस्ट्रक्शन दे विच। बहुत लंबी चौड़ी ये जिहड़ी लिस्ट है रियल एस्टेट दी कैटेगरीज़ दी। तो असीं ਉਹਦੇ थोड़ा थोड़ा छूहण की कोशिश जरूर कर रहे हैं पिछले कुछ हफ्तिਆਂ ਤੋਂ कि तुहाडा इंटरस्ट किहदे च है, तुहानूं की लोड़ है। तो ਉਹਦੇ ਲਈ बड़ी अच्छी गल ये है कि जिहड़ी टीम अरोड़ा है ਇਹਦੇ ਵਿੱਚ ਸਾਰੇ ਲੋਕ ਕੰਮ ਕਰਦੇ ਆ। ਇਹਦੇ ਵਿੱਚ ਰੈਜ਼ੀਡੈਂਸ਼ੀਅਲ, ਇਹਦੇ ਵਿੱਚ ਕਮਰਸ਼ੀਅਲ ਨਾਲ, ਇਹਦੇ ਵਿੱਚ ਹਰ ਤਰ੍ਹਾਂ ਦੇ ਵੱਖੋ ਵੱਖਰੇ ਜਿਹੜੇ ਸੈਗਮੈਂਟਸ ਨੇ ਰੀਅਲ estate ਦੇ, ਉਹਦੇ ਨਾਲ ਇਹਨਾਂ ਦੇ ਲੋਕ ਨਾਲ ਕੰਮ ਕਰਦੇ ਆ। ਸੋ ਤੁਸੀਂ ਵਨ ਸਟਾਪ ਸ਼ਾਪ ਹੈ, ਤੁਸੀਂ ਇੱਕ ਵਾਰੀ ਇਹਨਾਂ ਨੂੰ ਫੋਨ ਕਰਨਾ ਹੈ, ਆਪਣੀ ਲੋੜ ਦੱਸਣੀ ਹੈ ਤੇ ਇਹਨਾਂ ਨੇ ਤੁਹਾਨੂੰ ਫਿਰ ਜਿਹੜੇ ਵੀ ਇਹਨਾਂ ਦੀ ਟੀਮ ਦੇ ਐਕਸਪਰਟ ਬੰਦੇ ਆ ਵੱਖੋ ਵੱਖਰੇ ਫੀਲਡ ਦੇ, ਉਹ ਤੁਹਾਡੇ ਨਾਲ ਜੋੜ ਦੇਣਗੇ। तो प्रवीण अरोड़ा होनी और शमशेर ढिल्लों होनी साडे मेहमान होंदे हर हफ्ते। तो अज फिर लाओ उन्हां नाल तुहानूं मुलाकात कराइए। प्रवीण जी स्वागत करते हैं जी। सैनी साहब मेरे कन्नै प्रवासी दे सारे दर्शकों नूं प्यार भरी सत श्री अकाल जी। जी तुहाडा भी शमशेर जी स्वागत करते हैं जी। मेरे वालों भी प्रवासी दे सारे ही दर्शकों नूं प्यार भरी सत श्री अकाल जी। और असीं पहले ही शो सैगमेंट च गल करदे हुंदे आ मार्केट दी। हालांकि इन्ना कोई उतार चढ़ाव मार्केट च नहीं आंदा हफ्ते दे विच फिर भी थोड़ी जी गल नूं छूहण दी कोशिश करदे हैं। तो कोई अपडेट प्रवीण जी पिछले हफ्ते तो? सैनी साहब ਜਿਹੜੀ ਮਾਰਕੀਟ ਦੇ ਵਿੱਚ ਇਨਵੈਂਟਰੀ ਆ ਉਹ ਉਸੇ ਤਰ੍ਹਾਂ ਹੀ ਬਰਕਰਾਰ ਆ, ਪਰ ਅੱਜ ਆਪਾਂ ਥੋੜੀ ਜਿਹੀ ਚੀਜ਼ ਜਿਹੜੀ ਹਟ ਕੇ ਕਰਨ ਜਾ ਰਹੇ ਹਾਂ ਕਿ ਰੀਅਲ estate ਦੇ ਵਿੱਚ ਜਿਹੜੀ ਰੈਜ਼ੀਡੈਂਸ਼ੀਅਲ ਮਾਰਕੀਟ ਆ ਉਹ ਤਾਂ ਕਾਫੀ ਤੇਜ਼ੀ ਨਾਲ ਉੱਪਰ ਜਾ ਰਹੀ ਆ। ਪਰ ਕਾਫੀ ਦਰਸ਼ਕ ਇਹ ਸੁਣ ਕੇ ਹੈਰਾਨ ਹੋਣਗੇ ਕਿ ਕਿਉਂਕਿ ਜਿਨ੍ਹਾਂ ਦਾ ਵਾਹ ਪੈਂਦਾ ਕਮਰਸ਼ੀਅਲ ਦੇ ਵਿੱਚ ਉਹਨਾਂ ਨੂੰ ਉਹਦੇ ਬਾਰੇ ਆਈਡੀਆ ਹੁੰਦਾ ਕਿ ਕਮਰਸ਼ੀਅਲ ਦੀ ਮਾਰਕੀਟ ਵੀ ਬਹੁਤ ਜ਼ਿਆਦਾ ਅਗਰੈਸਿਵ ਹੈ ਜੀ ਇਸ ਟਾਈਮ। ਜੀ ਹਾਂਜੀ, ਮਤਲਬ ਜਿਹੜੀਆਂ ਕਮਰਸ਼ੀਅਲ ਪ੍ਰੋਪਰਟੀਜ਼ ਨੇ ਜਾਂ ਜਿਹੜੇ ਬਿਜ਼ਨਸਿਸ ਵਗੈਰਾ ਨੇ ਉਹ ਵੀ ਜਿਵੇਂ ਕਹ ਲਓ ਕਿ ਕਾਫੀ ਸੇਲ ਹੋ ਰਹੇ ਆ ਔਰ ਨਵੀਆਂ ਆਪਸ਼ਨਸ ਆ ਰਹੀਆਂ ਨੇ ਕਿਉਂਕਿ ਮਾਰਕੀਟ ਦੇ ਵਿੱਚ ਕੋਵਿਡ ਕਰਕੇ ਕਾਫੀ ਚੀਜ਼ਾਂ ਚੇਂਜ ਹੋਈਆਂ ਨੇ। ਜਿਵੇਂ ਇੰਡਸਟਰੀਅਲ ਦੀ ਡਿਮਾਂਡ ਬਹੁਤ ਵੱਧ ਗਈ, ਇੰਡਸਟਰੀਅਲ ਦੀ ਡਿਮਾਂਡ ਵੱਧ ਗਈ, ਆਫਿਸ ਦੀ ਜਿਹੜੀ ਡਿਮਾਂਡ ਆ ਉਹ ਰਿਲੀਜ਼ ਵਾਸਤੇ ਤਾਂ ਇੰਨੀ ਜ਼ਿਆਦਾ ਨਹੀਂ ਵਧੀ ਪਰ ਲੋਕੀ ਆਪਣਾ ਬਾਏ ਕਰਨ ਦੇ ਵਿੱਚ ਲੋਕਾਂ ਦਾ ਕਾਫੀ ਇੰਟਰਸਟ ਅਸੀਂ ਦੇਖ ਰਹੇ ਹਾਂ ਕਿ ਵੱਧ ਗਿਆ। ਠੀਕ ਹੈ ਜੀ। ਔਰ ਸ਼ਮਸ਼ੇਰ ਜੀ ਤੁਸੀਂ ਬੜੇ ਸਾਲਾਂ ਤੋਂ ਕਮਰਸ਼ੀਅਲ ਨਾਲ ਹੀ ਮੈਂ ਦੇਖਿਆ ਜ਼ਿਆਦਾ ਕਰਕੇ ਡੀਲ ਕਰ ਰਹੇ ਹੋ ਜੀ। ਤਾਂ ਲੱਗਦਾ ਸੀ ਇੱਕ ਵੇਲੇ ਕਿ ਕੋਵਿਡ ਤੋਂ ਬਾਅਦ ਬਹੁਤ ਸਾਰੇ ਸਟੋਰ ਖਾਲੀ ਹੋ ਜਾਣਗੇ ਔਰ ਮਾਰੋ ਮਾਰ ਪੈ ਜਾਏਗੀ, ਬੜਾ ਔਖਾ ਹੋ ਜਾਏਗਾ, ਪਲਾਜ਼ਿਆਂ ਦੇ ਪਲਾਜ਼ੇ ਖਾਲੀ ਹੋ ਜਾਣਗੇ। पर असी देख उस तो उल्ट रहे हैं जिस तरह प्रवीण होरी दस रहे जी। बिल्कुल जी। ਇਹਦੇ ਚ ਹੋਇਆ ਕੀ ਹੈ ਕਿ ਕੁਝ ਇੰਡਸਟਰੀਜ਼ ਜਿਹੜੀਆਂ ਨੇ ਉਹ ਨੋ ਡਾਊਟ ਥੋੜਾ ਉਹਨਾਂ ਤੇ ਇਫੈਕਟ ਹੋਇਆ ਆ। ਖਾਸ ਕਰਕੇ ਜੇ ਆਪਾਂ ਹਸਪਿਟੈਲਿਟੀ ਇੰਡਸਟਰੀ ਨੂੰ ਲਾਈਏ ਜਿਹਦੇ ਵਿੱਚ ਰੈਸਟੋਰੈਂਟਸ, ਹੋਟਲਸ, ਮੋਟਲਸ ਜਾਂ ਜਿਹੜੇ ਬਾਰ ਵਗੈਰਾ ਨੇ ਇਹ ਕਾਫੀ ਇਫੈਕਟ ਹੋਏ ਨੇ। ਲੇਕਿਨ ਉਹਨਾਂ ਦਾ ਮੋਡ ਆਫ ਆਪਰੇਸ਼ਨ ਜਿਹੜਾ ਆ ਜਿਨ੍ਹਾਂ ਨੇ ਤਾਂ ਉਹ ਥੋੜਾ ਬਹੁਤ ਐਡਜਸਟ ਕਰ ਲਿਆ ਕੋਵਿਡ ਦੇ ਮੁਤਾਬਿਕ। ਜੇ ਉਹ ਡਾਈਨ ਇਨ ਸੀ ਤੇ ਉਹਨਾਂ ਨੇ ਆਪਣਾ ਟੇਕ ਆਊਟ ਵਧਾ ਲਿਆ, ਉਹਦੇ ਵਿੱਚ ਕਾਫੀ ਆਪਸ਼ਨਸ ਦੇ ਦਿੱਤੀਆਂ। ਗੱਲ ਕੀ ਕਿ ਜੇ ਤੁਸੀਂ ਸਮੇਂ ਦੇ ਨਾਲ ਤੁਰਦੇ ਹੋ, ਸਮੇਂ ਦੇ ਨਾਲ ਆਪਣੀ ਇਨੋਵੇਸ਼ਨ ਕਰਦੇ ਹੋ ਤੇ ਹਰ ਇੱਕ ਚੀਜ਼ ਜਿਹੜੀ ਆ ਉਹ ਚੱਲ ਪੈਂਦੀ ਆ। ਔਰ ਉਹਦੇ 'ਚ ਤੁਹਾਨੂੰ ਦੇਖਣ ਦੀ ਲੋੜ ਹੁੰਦੀ ਆ ਕਿ ਜੇ ਟਾਈਮ ਦੀ ਡਿਮਾਂਡ ਇੱਕ ਪਰਟੀਕੂਲਰ ਟਾਈਪ ਆਫ ਬਿਜ਼ਨਸ ਕਰਨ ਦੀ ਹੈਗੀ ਆ ਤਾਂ ਤੁਹਾਨੂੰ ਉਹਨੂੰ ਅਡਾਪਟ ਕਰਨਾ ਪਏਗਾ। ਸੋ ਇਸ ਕਰਕੇ ਓਵਰਆਲ ਜੇ ਆਪਾਂ ਦੇਖੀਏ ਜਿਨ੍ਹਾਂ ਬਿਜ਼ਨਸਿਸ ਨੇ ਅਡੈਪਟ ਕਰ ਲਿਆ ਆ ਇਸ ਨਵੀਂ ਨੋਰਮ ਨੂੰ ਮੈਂ ਕਹਾਂਗਾ ਤੇ ਉਹ ਫਲਰਿਸ਼ ਕਰ ਰਹੇ ਨੇ ਜੀ। ਕਿਉਂਕਿ ਡਿਮਾਂਡ ਤਾਂ ਹਮੇਸ਼ਾ ਰਹਿਣੀ ਹੀ ਰਹਿਣੀ ਹੈ ਜੀ। ਜਿਹੜੀ ਪਾਪੂਲੇਸ਼ਨ ਹੈ ਉਹ ਦਿਨੋਂ ਦਿਨ ਵੱਧ ਹੀ ਰਹੀ ਹੈ, ਇਮੀਗ੍ਰੈਂਟਸ ਆ ਹੀ ਰਹੇ ਨੇ। ਸੋ ਹਰ ਇੱਕ ਫੀਲਡ ਦੇ ਵਿੱਚ ਡਿਮਾਂਡ ਤਾਂ ਹੈਗੀ ਹੈ। ਗੱਲ ਇਹ ਹੈ ਕਿ ਉਸ ਰਿਸੋਰਸ ਨੂੰ ਟੈਪ ਕਰਨ ਦੀ ਲੋੜ ਆ ਔਰ ਉਹਦੇ ਮੁਤਾਬਿਕ ਆਪਣੇ ਬਿਜ਼ਨਸ ਨੂੰ ਮੋਡੀਫਾਈ ਕਰਨ ਦੀ ਲੋੜ। ਮੇਰੇ ਕੋਲ ਪਿਛਲੇ ਹਫਤੇ ਸਟੂਡੀਓ ਵਿੱਚ ਆਏ ਸੀ
WWICS ਦੇ ਫਾਊਂਡਰ ਨੇ, ਚੇਅਰਮੈਨ ਨੇ ਕਰਨਲ ਸੰਧੂ। ਅੱਛਾ ਜੀ। ਉਹ ਮੈਨੂੰ ਦੱਸ ਕੇ ਗਏ, ਕਹਿੰਦੇ ਜੀ 4 ਲੱਖ ਦਾ ਟਾਰਗੇਟ ਸੀ ਕੈਨੇਡਾ ਦਾ ਇਮੀਗ੍ਰੈਂਟ ਲਿਆਉਣ ਦਾ, ਸਿਰਫ 36,000 ਆਏ ਪਿਛਲੇ ਸਾਲ। ਅੱਛਾ ਜੀ। ਓਨਲੀ ਐਂਡ ਓਨਲੀ 36,000, ਜਦ ਕਿ ਟਾਰਗੇਟ ਇਹਨਾਂ ਦਾ 4 ਲੱਖ ਦਾ ਸੀ। ਮਤਲਬ ਜੇ 36,000 ਹੀ ਸਿਰਫ ਆਏ ਹੈ, ਵਿਚ ਇਜ਼ 1/10। ਹਾਂਜੀ। ਤਾਂ ਇਹ ਹਾਲਾਤ ਨੇ, ਤੇ ਤੁਸੀਂ ਇਹ ਸਮਝੀਏ ਕਿ ਜੇ 4 ਲੱਖ ਇਮੀਗ੍ਰੈਂਟ ਹਰ ਸਾਲ ਆਉਣਾ ਸ਼ੁਰੂ ਹੋ ਗਿਆ, ਜਿਹਨੇ ਕਿ ਆ ਕੇ 99% ਯਕੀਨ ਇਹ ਹੈ ਕਿ ਉਹਨਾਂ ਨੇ ਜਾਂ ਤੇ ਵੈਨਕੂਵਰ ਵਰਗੇ, ਸਰੀ ਵਰਗੇ ਜਾਂ ਟੋਰਾਂਟੋ, ਬਰੈਂਪਟਨ ਵਰਗੇ ਇਲਾਕਿਆਂ 'ਚ ਵਸਣਾ, ਉਹਨਾਂ ਨੇ ਆ ਕੇ ਮੈਟਰੋਪੋਲੀਟਨ ਸਿਟੀਜ਼ 'ਚ ਆ ਕੇ ਸੈਟਲ ਹੋਣਾ। ਜੇ ਪਿਛਲੇ ਟ੍ਰੈਂਡ ਨੂੰ ਦੇਖੀਏ, ਬਿਲਕੁਲ, ਤੇ ਆਈ ਡੋਂਟ ਨੋ ਫਿਰ ਕਿਵੇਂ ਮਤਲਬ ਮਾਰ ਪਏਗੀ ਔਰ ਕਿਸ ਪਾਸੇ ਨੂੰ ਜਾਏਗਾ, ਕਿਉਂਕਿ ਸਰਕਾਰ ਤੇ ਇਸ ਗੱਲ ਤੇ ਬਜਿੱਦ ਹੈ। ਔਰ ਉਹ ਵੀ ਮੈਨੂੰ ਅੰਦਰਲੀ ਖਬਰ ਦੱਸ ਕੇ ਗਏ ਹੈ, ਕਿਉਂਕਿ ਉਹ ਬਹੁਤ ਡੀਪ ਇਮੀਗ੍ਰੇਸ਼ਨ 'ਚ ਜੁੜੇ ਹੋਏ ਆ। ਉਹ ਕਹਿੰਦੇ ਜੀ ਇਹ 1 ਮਿਲੀਅਨ 2 ਜਾਂ 3 ਸਾਲਾਂ 'ਚ ਇਮੀਗ੍ਰੈਂਟ ਇੱਥੇ ਹੁਣ ਆਏਗਾ, ਦੇਖਿਓ ਤੁਸੀਂ। ਤਾਂ ਮਤਲਬ ਔਰ ਹਰ ਤਰ੍ਹਾਂ ਦਾ ਇਮੀਗ੍ਰੈਂਟ ਆਏਗਾ। ਉਹਨਾਂ ਨੇ ਇਹ ਵੀ ਨਹੀਂ ਕਿ ਕੋਈ ਸਿਰਫ ਸਟੂਡੈਂਟ ਹੀ ਆ ਰਹੇ ਹੈ ਜਾਂ ਵਿਆਹ ਸ਼ਾਦੀ ਕਰਾ ਕੇ ਆਉਣ ਵਾਲੇ ਹੈ। ਜਿਹੜੇ ਬਿਜ਼ਨਸ ਕੈਟਾਗਰੀ ਵਾਲੇ ਹੈ, ਉਹ ਬੜੀ ਵੱਡੀ ਤਾਦਾਦ 'ਚ ਲੋਕ ਬੈਠੇ ਉੱਥੇ, ਉੱਥੋਂ ਆਉਣਾ ਚਾਹੁੰਦੇ ਆ। ਹਾਂਜੀ। ਤਾਂ ਮੇਰਾ ਮਤਲਬ, ਮੈਂ ਜੋ ਸੋਚ ਰਿਹਾ ਸੀਗਾ ਕਿ ਇਹ ਹਿਸਾਬ ਨਾਲ ਜਿਹੜੀ ਡਿਮਾਂਡ ਆ ਉਹ ਤੇ ਕਈ ਗੁਣਾ ਵਧਣ ਜਾ ਰਹੀ ਹੈ। ਡਿਮਾਂਡ ਸੈਣੀ ਸਾਹਿਬ ਹੁਣ ਵੀ ਇਸ ਟਾਈਮ ਵੀ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਜੀ ਡਿਮਾਂਡ ਦੀ। ਤਾਂ ਇਹ ਸਿਚੁਏਸ਼ਨ ਆ, ਜਿਸ ਤਰ੍ਹਾਂ ਆਪਾਂ ਪਿਛਲੇ ਕੁਝ ਐਪੀਸੋਡ ਦੇ ਵਿੱਚ ਗੱਲ ਕੀਤੀ ਆ, ਡਿਮਾਂਡ ਦੇਖੋ ਪੂਰੀ ਕਿੱਥੋਂ ਹੋਣੀ ਆ। ਇੱਕ ਤਰੀਕੇ ਨਾਲ ਹੀ ਪੂਰੀ ਹੋਣੀ ਆ ਕਿ ਨਵੀਆਂ ਡਿਵੈਲਪਮੈਂਟਸ ਕਿੰਨੀਆਂ ਆ ਰਹੀਆਂ ਨੇ। ਜਿਹੜੀਆਂ ਨਵੀਆਂ ਡਿਵੈਲਪਮੈਂਟਸ ਨੇ ਉਹ ਸੈਣੀ ਸਾਹਿਬ ਜਿਹੜੀ ਐਗਜ਼ਿਸਟਿੰਗ ਡਿਮਾਂਡ ਆ ਉਹਨੂੰ ਨਹੀਂ ਪੂਰਾ ਕਰ ਪਾ ਰਹੀਆਂ, ਤੇ ਜਦੋਂ 1 ਮਿਲੀਅਨ ਹੋਰ ਇਮੀਗ੍ਰੈਂਟ ਆਇਆ ਤਾਂ ਉਹਨਾਂ ਦੀ ਡਿਮਾਂਡ ਕਦੇ ਵੀ ਪੂਰੀ ਨਹੀਂ ਹੋਣੀ ਗੀ। ਇਹਦਾ ਹੱਲ ਇੱਕੋ ਹੀ ਹੈ ਜੀ ਕਿ ਲੋਕੀ ਨੇ ਜਦੋਂ ਇੱਥੇ ਕੋਈ ਚੀਜ਼ ਨਹੀਂ ਮਿਲੇਗੀ ਤਾਂ ਬਾਹਰ ਵਾਲੀਆਂ ਲੋਕੇਸ਼ਨਸ 'ਤੇ ਜਾਣਗੇ। ਔਰ ਉਹਦਾ ਹੁਣ ਇੱਕ ਤੁਸੀਂ ਇਹ ਦੇਖੋ ਫਰਕ ਕੀ ਪੈ ਰਿਹਾ ਕਿ ਹੁਣ ਜਿਹੜੀਆਂ ਬਾਹਰ ਵਾਲੀਆਂ ਥਾਵਾਂ ਨੇ ਉੱਥੇ ਵੀ ਬਹੁਤ ਡਿਵੈਲਪਮੈਂਟਸ ਆ ਰਹੀਆਂ ਨੇ, ਕਿਉਂਕਿ ਇੱਥੇ ਲੈਂਡ ਹੈ ਨਹੀਂ ਗੀ। ਸੋ ਲੋਕੀ ਉੱਥੇ, ਮੈਂ ਇਸ ਵੀਕ ਗੱਲ ਕਰ ਰਿਹਾ ਸੀ, ਅਸੀਂ ਕਈ ਵਾਰ ਤਾਂ ਉਹ ਟਾਊਨ ਦਾ ਨਾਮ ਹੀ ਨਹੀਂ ਸੁਣਿਆ ਹੁੰਦਾ ਜੀ ਜਿੱਥੇ ਕਿ ਘਰ ਬਣ ਰਹੇ ਨੇ। ਔਰ ਅਸੀਂ ਕਿਸੇ ਵੀ ਜਦੋਂ ਦਰਸ਼ਕ ਨਾਲ ਜਾਂ ਕਿਸੇ ਵੀ ਕਲਾਇੰਟ ਨਾਲ ਗੱਲ ਕਰਦੇ ਹਾਂ ਜੀ ਕਿ ਇਸ ਥਾਂ 'ਤੇ ਘਰ ਬਣ ਰਹੇ ਆ, ਉਹ ਕਹਿਣਗੇ ਜੀ ਠੀਕ ਆ, ਆਪਾਂ ਉੱਥੇ ਹੀ ਲੈ ਲੈਂਦੇ ਹਾਂ, ਕਿਉਂਕਿ ਇੱਥੇ ਚੀਜ਼ਾਂ ਅਵੇਲੇਬਲ ਹੀ ਹੈ ਨਹੀਂ ਗੀਆਂ। ਬਿਲਕੁਲ ਠੀਕ ਹੈ ਜੀ। ਇਹ ਜਿਹੜੀ ਡਿਮਾਂਡ ਐਂਡ ਸਪਲਾਈ ਦਾ ਫਾਰਮੂਲਾ ਦੁਨੀਆ 'ਚ ਹਰ ਜਗ੍ਹਾ ਲਾਗੂ ਹੁੰਦਾ ਹੈ। ਔਰ ਨਵਾਂ ਆਇਆ ਹੋਇਆ ਇੱਕ ਇਮੀਗ੍ਰੈਂਟ ਆਪਣੇ ਨਾਲ ਜਿੱਥੇ ਪੈਸੇ ਲੈ ਕੇ ਆਉਂਦਾ ਹੈ ਔਰ ਇੱਥੇ ਆ ਕੇ ਜੋ ਯੋਗਦਾਨ ਪਾਉਂਦਾ ਇਕੋਨਮੀ ਦੇ ਵਿੱਚ, ਉਹ ਤੇ ਆਪਾਂ ਸਾਰੇ ਡਿਸਕਸ ਕਰਦੇ ਰਹਿੰਦੇ ਹਾਂ। ਪਰ ਇੱਕ ਸੋਚ ਕੇ ਦੇਖੀਏ ਕਿ ਇੱਕ ਬੰਦੇ ਦੇ ਨਾਲ ਉਹਦਾ ਪਰਿਵਾਰ ਆਇਆ ਔਰ ਫਿਰ ਉਸ ਤੋਂ ਬਾਅਦ ਉਹਦਾ ਜਿਹੜਾ ਪਰਿਵਾਰ ਦੇ ਵਿੱਚ ਵਾਧਾ ਹੋਇਆ, ਔਰ ਉਹ ਇੱਕ ਬੰਦਾ ਫਰਨੀਚਰ ਖਰੀਦੇਗਾ ਘਰ 'ਚ ਪਾਉਣ ਵਾਲਾ, ਇੱਕ ਬੰਦਾ ਘਰ ਜਦੋਂ ਲੈਂਦਾ ਤਾਂ ਉਸ ਘਰ ਲੈਣ ਨਾਲ ਕਿੰਨੇ ਲੋਕ, ਜਿਹੜਾ ਇੱਕ ਘਰ ਸੇਲ ਹੁੰਦਾ ਹੈ ਜਾਂ ਇੱਕ ਘਰ ਪਰਚੇਜ਼ ਹੁੰਦਾ ਹੈ, ਕਿੰਨੇ ਲੋਕਾਂ ਦੀ ਰੋਜੀ ਰੋਟੀ ਇੱਕ ਘਰ ਦੇ ਨਾਲ ਚੱਲਦੀ ਹੈ। ਔਰ ਇਹਦੇ ਨਾਲ ਨਾਲ ਫਿਰ ਉਸ ਬੰਦੇ ਦੀਆਂ ਹੋਰ ਲੋੜਾਂ, ਉਹਨੂੰ ਫੋਨ ਚਾਹੀਦਾ, ਉਹਨੂੰ ਕਾਰ ਚਾਹੀਦੀ ਹੈ, ਘਰ ਦੇ ਵਿੱਚ ਛੋਟਾ ਛੋਟਾ ਸਮਾਨ ਚਾਹੀਦਾ, ਉਸ ਤੋਂ ਬਾਅਦ ਉਹਨੂੰ ਗਰੋਸਰੀ ਚਾਹੀਦੀ ਹੈ। ਗਰੋਸਰੀ ਵਾਸਤੇ ਗੱਲ ਕਰੀਏ ਤਾਂ ਇੱਥੇ ਕਦੀ ਸੁਣਿਆ ਨਹੀਂ ਸੀ, ਚਲੋ ਫਰੈਸ਼ਕੋ ਵਰਗੇ ਸਟੋਰ, ਫਰੈਸ਼ਕੋ ਨੇ ਆਪਣਾ ਨਾਮ ਬਦਲ ਲਿਆ, ਚਲੋ ਫਰੈਸ਼ਕੋ, ਹੁਣ ਫਰੈਸ਼ਕੋ ਦੇ ਹੀ ਸਟੋਰ ਖੁੱਲ੍ਹੀ ਜਾ ਰਹੇ ਆ। ਇਹ ਸਭ ਉਹੀ ਹੈ ਡਿਮਾਂਡ ਐਂਡ ਸਪਲਾਈ। ਵੱਡੇ ਵੱਡੇ ਸਟੋਰਾਂ ਨੂੰ ਸਮਝ ਆ ਗਈ ਹੈ, ਵੱਡੀ ਵੱਡੀ ਕੰਪਨੀਆਂ ਨੂੰ ਸਮਝ ਆ ਗਈ ਹੈ ਕਿ ਜੇ ਉਹਨਾਂ ਦੇ ਮਾਲ ਦੀ ਵਿਕਰੀ ਹੈ, ਕੰਜ਼ੰਪਸ਼ਨ ਹੈ, ਤਾਂ ਉਹਨਾਂ ਇਲਾਕਿਆਂ 'ਚ ਹੀ ਹੈ ਜਿੱਥੇ ਇਮੀਗ੍ਰੈਂਟ ਆ ਕੇ ਵਸ ਰਹੇ ਹੈ, ਜਿੱਥੇ ਕਿ ਨਵੇਂ ਘਰ ਬਣ ਰਹੇ ਆ, ਫਿਰ ਉੱਥੇ ਸੜਕਾਂ ਬਣਦੀਆਂ, ਉੱਥੇ ਕਿੰਨਾ ਕੁਛ ਉਸ ਜਿਹੜੀ ਨਵੀਂ ਟਾਊਨਸ਼ਿਪ ਦੇ ਵਿੱਚ ਐਡ ਹੁੰਦਾ ਹੈ। ਤਾਂ ਇਸ ਕਰਕੇ ਇਹ ਗੱਲ ਸਮਝਣੀ ਬੜੀ ਲਾਜ਼ਮੀ ਹੈ ਕਿ ਸਾਡੇ ਮੁਲਕ ਦੀ ਤਰੱਕੀ, ਸਾਡੇ ਮੁਲਕ ਦੀ ਇਕੋਨਮੀ, ਪ੍ਰੋਗਰੈਸ, ਗਰੋਥ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਇਮੀਗ੍ਰੇਸ਼ਨ 'ਤੇ। ਤਾਂ ਇਮੀਗ੍ਰੇਸ਼ਨ ਦੇ ਵਿੱਚ ਇੱਕ ਐਸਾ ਸੈਗਮੈਂਟ ਹੈ ਜਿਹਨੂੰ ਅਸੀਂ ਟੱਚ ਨਹੀਂ ਕੀਤਾ। ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਅਸੀਂ ਉਹ ਕਰਨਾ ਚਾਹਾਂਗੇ ਕਿ ਜਿਹੜੇ ਲੋਕ ਉੱਥੋਂ ਬਿਜ਼ਨਸ ਕੈਟਾਗਰੀ 'ਚ ਆਉਣਾ ਚਾਹੁੰਦੇ ਹੈ ਉਹਨਾਂ ਵਾਸਤੇ ਕੀ ਆਪਸ਼ਨ ਹੈ। ਇਹ ਹੈ ਤੇ ਮਾਮਲਾ ਇਮੀਗ੍ਰੇਸ਼ਨ ਦਾ, ਲੇਕਿਨ ਉਹੀ ਜਿਹੜੀ ਚੀਜ਼ ਹੈ ਉਹ ਰੀਅਲ estate ਨਾਲ ਕਿਵੇਂ ਜੁੜੀ ਹੋਈ ਹੈ। ਇਹ ਆਪਣੇ ਆਪ 'ਚ ਇੱਕ ਬੜਾ ਅਨੂਠਾ ਜਿਹਾ ਇੱਕ ਤਾਲਮੇਲ ਹੈ। ਇਹਨੂੰ ਅਸੀਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹਦੇ ਵਿੱਚ ਟੀਮ ਅਰੋੜਾ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ, ਜਾਂ ਤੁਹਾਡੇ ਕੋਈ ਰਿਲੇਟਿਵ ਨੇ ਪਿੱਛੇ ਬੈਕ ਹੋਮ, ਉਹ ਅਗਰ ਇੱਥੇ ਆਉਣਾ ਚਾਹੁੰਦੇ ਹੈ, ਉਹਨਾਂ ਲਈ ਇਸ ਫੀਲਡ 'ਚ ਕੀ ਆਪਸ਼ਨ ਹੈ। ਉਹ ਬੜਾ ਇੱਕ ਇੰਟਰਸਟਿੰਗ ਸਬਜੈਕਟ ਅਸੀਂ ਅੱਜ ਤੁਹਾਡੇ ਨਾਲ ਡਿਸਕਸ ਕਰਨ ਲੱਗੇ ਹਾਂ। ਉਹ ਹੈ ਫਰੈਂਚਾਈਜ਼ ਬਿਜ਼ਨਸ। ਇਹਦੇ ਬਾਰੇ ਆਪਣੀ ਕਮਿਊਨਿਟੀ 'ਚ ਲੋਕ ਕੁਝ ਜਾਣਦੇ ਆ ਪਰ ਜ਼ਿਆਦਾ ਨਹੀਂ ਜਾਣਦੇ। ਆਪਣੇ ਲੋਕ ਬਹੁਤਾ ਕਰਕੇ ਐਂਟਰਪ੍ਰੈਨਿਓਰ ਬਣ ਜਾਂਦੇ ਆ, ਫਟਾਫਟ ਕੋਈ ਸਟੋਰ ਖੋਲ੍ਹ ਲਿਆ, ਕੋਈ ਨਾ ਕੋਈ ਆਪਣੇ ਨਾਮ ਦਾ ਕੋਈ ਇਨਵੈਸਟ ਕਰਕੇ ਕੋਈ ਬਿਜ਼ਨਸ ਖੋਲ੍ਹ ਲਿਆ, ਔਰ ਪਤਾ ਲੱਗਾ ਸਟਰਗਲ ਕੀਤੀ, ਸਾਲ 6 ਮਹੀਨੇ 2 ਸਾਲ ਬਾਅਦ ਪਤਾ ਲੱਗਾ ਬੰਦ ਕਰਨਾ ਪਿਆ। ਤਾਂ ਜਿਸ ਫੀਲਡ ਦੀ ਤੁਹਾਨੂੰ ਬਹੁਤੀ ਜਾਣਕਾਰੀ ਨਹੀਂ ਹੈ, ਉਹਦੇ 'ਚ ਐਂਟਰ ਕਰਨ ਤੋਂ ਪਹਿਲਾਂ ਉਹਨੂੰ ਸਮਝ ਕੇ ਫਿਰ ਐਂਟਰ ਕਰੋ। ਉਹਦੇ 'ਚ ਫਰੈਂਚਾਈਜ਼ ਬਿਜ਼ਨਸ ਜਿਹੜਾ ਹੈ ਕਿਵੇਂ ਤੁਹਾਨੂੰ ਹੈਲਪ ਕਰ ਸਕਦਾ, ਇਹ ਅਸੀਂ ਗੱਲ ਕਰਦੇ ਹਾਂ, ਲੇਕਿਨ ਇੱਕ ਬ੍ਰੇਕ ਤੋਂ ਬਾਅਦ।
ब्रेक तो बाद आप सब का स्वागत है। सो अज एक नवा विषय लैके आए हैं जी, वो है फ्रेंचाइज बिजनेस। जे तुसी फ्रेंचाइज बिजनेस करना चाहते हो, वो बड़िया सारिया ऑप्शनस ने और ये भी रियल एस्टेट का ही पार्ट है। तो रियल एस्टेट आप यानी कि घर ले लिया, कोई बिल्डिंग ले ली, बिजनेस बाय करना है, ये भी रियल एस्टेट का ही एक हिस्सा है। तो तुहानू शायद पता होना चाहिए है कि सरकार जी साडी कैनेडा की, वो अगर कोई बंदा 1.5 लाख 2 लाख डॉलर तक अगर इन्वेस्ट कर सकता होवे इत्थे, तो वो बहुत ईजीली उसनू परिवार समेत बहुत 6 महीने तो घट समय दे विच मैक्सिमम 6 महीने तक वो पूरा परिवार इत्थे आ सकता है। ऐसे लोग जिहड़े इत्थे आना चाहते होण, तुहाडे कोई रिलेटिव होण, क्योंकि 2 करोड़ 4 करोड़ 5 करोड़ तो वध इहदे कोई भी इन्वेस्टमेंट नहीं है। करोड़ 1.5 करोड़ 2 करोड़ जिहड़े लोग इन्वेस्ट कर सकते होणगे, 6 महीने चो पूरा का पूरा फैमिली बच्चे समेत इत्थे आ सकते हैं। तो वो अगर तुहाडे कोई रिलेटिव हैगे है, उन्होंने जरूर दसो, वो किसी इमीग्रेशन कंसलटेंट नाल जरूर गल करो, क्योंकि उन्होंने सबजैक्ट है। लेकिन उस तो बाद उन्होंने अगर इत्थे कोई बिजनेस चाहिए है परचेज करने वास्ते, ताकि उन्होंने इमीग्रेशन बिल्कुल सुखाली हो सके, वो प्रवीण हो रही है, उन्होंने टीम हैल्प कर सकती है। तो प्रवीण जी थोड़ा जिहा फ्रेंचाइज बिजनेस की करते हैं अज गल। सैनी साहब, जिस तरह तुसीं गल की कि कोई भी आप जो बिजनेस स्टार्ट करते हैं, जिन्ना चिर आपां नूं उहदे बारे नॉलेज नहीं है तो आपां नूं उहदे च सक्सैसफुल होना थोड़ा जिहा मुश्किल हो जाता। और जां आपां ये कह लो कि आपां उस बिजनेस नूं चलाउण दे लई काफ़ी गलतियां करते हैं, आपां नूं बड़ियां गलतियां करके वो बिजनेस सीखना पैंदा। और जिहड़ा फ्रेंचाइज बिजनेस आ उहदे च ये आ कि जिहड़े वो फ्रेंचाइजर ने वो तुहानूं वो गलतियां नहीं करन दिंदेगे, वो तुहानूं टाइम टू टाइम गाइड करते रहंदे कि किहड़ी चीज़ तुसीं किद्दां किद्दां करनी आ। नो डाउट उहदा वो फीस भी चार्ज करदे आ, तुहाडे तो रॉयल्टी वगैरह लैंदे ने, बट वो तुहाडी हैल्प करदे ने उस बिजनेस नूं सक्सैसफुल बनाउण। मेरे ख्याल च जे कोई बिजनेस फेल होंदा है तो उन्हां दे ब्लॉट भी लगता है। बिल्कुल चाहणगे नहीं वो कंपनियां कि साडा कोई स्टोर खुले और बंद हो जाए, वो ना चले, क्योंकि उन्होंने नेगेटिव जाता उन्होंने ब्रांड वास्ते। हाँ जी। सो जिहड़ियां फ्रेंचाइज बिजनेस ने इहदे विच एक जिहड़ा सब तो वड्डा चीज़ आ कि तुहानूं वो काफ़ी सपोर्ट दिंदे ने। हुण उस तो बिना अपने काफ़ी जिहड़े लोग ने वो ये समझने कि जिहड़ी फ्रेंचाइज बिजनेस आ ये लैना काफ़ी औखा वा, और कई फ्रेंचाइज है भी नहीं औखियां, मतलब ये कोई दो राय वाली गल नहीं है। और कई बार ये हुंदा कि वो चाहते हैं कि शायद ये जिहड़ी फ्रेंचाइज आ मार्केट दे विच सानूं बाय करनी भी औखी है, जां सेल ते नहीं आंदियां गईयां। ਇਹਦੇ 'ਚ ਅਸੀਂ ਸੈਣੀ ਸਾਹਿਬ ਕੀ ਕੀਤਾ ਕਿ ਸਾਡਾ ਰੀਸੈਂਟਲੀ ਇੱਕ ਕੰਪਨੀ ਦੇ ਨਾਲ ਮਤਲਬ ਜਿਸ ਤਰ੍ਹਾਂ ਕਹਿ ਲਓ ਕਿ ਐਗਰੀਮੈਂਟ ਹੋਇਆ, ਜਿਹੜੇ ਕਿ ਮਾਸਟਰ ਫਰੈਂਚਾਈਜ਼ਰ ਨੇ ਕਾਫੀ ਆਪਣੇ ਫਰੈਂਚਾਈਜ਼ ਦੇ ਜੀ। ਉਹਦੇ 'ਚ ਕੀ ਆ ਕਿ ਅਸੀਂ ਦਰਸ਼ਕਾਂ ਦੀ ਜਾਂ ਕਲਾਇੰਟਸ ਜੋ ਵੀ ਇੰਟਰਸਟਡ ਨੇ ਇਹਦੇ ਵਿੱਚ ਇਹ ਹੈਲਪ ਕਰ ਸਕਦੇ ਹਾਂ ਕਿ ਅਸੀਂ ਉਹਨਾਂ ਨੂੰ ਉਹ ਜਿਹੜੀ ਫਰੈਂਚਾਈਜ਼ ਆ ਉਹ ਲੈ ਕੇ ਦੇ ਸਕਦੇ ਹਾਂ। ਇੱਕ ਤਾਂ ਇਹ ਆਪਸ਼ਨ ਆ ਜੀ। और कई इस तरह के भी इन्वैसटर्स ने जिहड़े समझते हैं कि हुण रेजिडेंशियल साइड ते घरां दे प्राइस बहुत वध गए ने, और वो ये भी नहीं चाहते कि असीं रेजिडेंशियल साइड ते टेनेंट्स नाल मतलब डील करिए, क्योंकि कमर्शियल जिहड़े टेनेंट्स ने वो डिफरेंट ने रेजिडेंशियल टेनेंट्स दे नालों। बिल्कुल ठीक है। वो ये चाहते हैं कि असीं कमर्शियल रियल एस्टेट बाय कर लीए, और असी अगर उत्थे कोई फ्रेंचाइज लैके दे दिंदे तो उन्हां लई काफ़ी ईजी हो जाता। हुण जिवें कई फ्रेंचाइज ने जी, उन्हां दी रिक्वायरमेंट यही हुंदी है सैनी साहब कि मिनीमम 10 साल की लीज होनी चाहिए आ। ਹੁਣ ਉਹ 10 ਸਾਲ ਦੀ ਲੀਜ਼ ਜੇ ਆਲਰੇਡੀ ਸਾਈਨ ਹੋਈ ਹੈ, ਜਿਹੜਾ ਬੰਦਾ ਇਨਵੈਸਟਰ ਆ ਉਹਦੀ 10 ਸਾਲ ਦੀ ਹੈਡੇਕ ਖਤਮ ਹੋ ਗਈ। ਉਹਨੂੰ ਪਤਾ ਕਿ ਇਹ 10 ਸਾਲ ਇੱਥੇ ਬਿਜ਼ਨਸ ਰਹੂਗਾ ਹੀ ਰਹੂਗਾ, ਔਰ ਮੋਸਟ ਲਾਈਕਲੀ ਜਦੋਂ ਫਰੈਂਚਾਈਜ਼ ਬਿਜ਼ਨਸ ਅੱਗੇ ਗਰੋ ਕਰਦਾ ਤਾਂ ਉਹ ਉਹਦੀ ਅੱਗੇ ਰਿਨਿਊਅਲ ਵੀ ਕਰਦੇ ਨੇ। ਔਰ ਜਿਹੜੀਆਂ ਫਰੈਂਚਾਈਜ਼ਰ ਨੇ ਜਿੱਦਾਂ ਤੁਸੀਂ ਗੱਲ ਕੀਤੀ, ਉਹ ਛੇਤੀ ਕਿਤੇ ਬਿਜ਼ਨਸ ਨੂੰ ਫੇਲ ਨਹੀਂ ਹੋਣ ਦਿੰਦੇਗੇ। ਬਿਲਕੁਲ ਠੀਕ ਹੈ ਜੀ। ਤੁਸੀਂ ਕਾਫੀ ਸਾਲਾਂ ਤੋਂ ਕਰ ਰਹੇ ਹੋ ਇਸ ਤਰ੍ਹਾਂ ਦੇ ਬਿਜ਼ਨਸਿਸ ਨਾਲ ਡੀਲ। ਤਾਂ ਮੇਰਾ ਸਵਾਲ ਫਿਰ ਘੁੰਮ ਕੇ ਉੱਥੇ ਹੀ ਹੈ ਕਿ ਆਪਣੀ ਕਮਿਊਨਿਟੀ ਦੇ ਲੋਕ ਜਿਹੜੇ इंडिया तो बहुत सारे लोग ਵੱਖ-ਵੱਖ ਇਹਨਾਂ ਮੁਲਕਾਂ ਤੋਂ ਇੱਥੇ ਆਉਣਾ ਚਾਹੁੰਦੇ ਹੈ, तो ਡੈਫੀਨੇਟਲੀ ਲੋਕ ਚਾਹਣਗੇ ਕਿ ਇਸ ਤਰ੍ਹਾਂ ਦਾ ਬਿਜ਼ਨਸ ਹੋਵੇ ਕਿ ਅਸੀਂ ਨਵੇਂ ਸਿਰਿਓਂ ਜ਼ੀਰੋ ਤੋਂ ਆ ਕੇ ਮੁਲਕ 'ਚ ਪਹਿਲਾਂ ਨਵੇਂ 'ਚ ਆ ਕੇ ਪਹਿਲਾਂ ਸਮਝਣਾ, ਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਸਮਾਂ ਲੱਗਦਾ, ਜਿੱਦਾਂ ਪ੍ਰਵੀਨ ਹੋਰਾਂ ਨੇ ਕਿਹਾ ਹੈ ਕਿ ਉਸ ਬਿਜ਼ਨਸ ਨੂੰ ਸਟੈਬਲਿਸ਼ ਕਰਨਾ। ਪਰ ਕੁਝ ਐਸੀਆਂ ਫਰੈਂਚਾਈਜ਼ਿਸ ਨੇ, ਕੁਝ ਐਸੇ ਬਿਜ਼ਨਸਿਸ ਨੇ ਕਿ ਰਿਸਕ ਵੀ ਘੱਟ ਹੈ। ਆ ਕੇ ਤੁਸੀਂ ਸੈਟਅਪ ਤੁਹਾਨੂੰ ਬਣਿਆ ਬਣਾਇਆ ਮਿਲ ਗਿਆ, ਤੁਸੀਂ ਆਪਣਾ ਕੰਮ ਸ਼ੁਰੂ ਕੀਤਾ, ਠੀਕ ਹੈ, ਫਿਰ ਵੀ ਸਿੱਖੋਗੇ ਤਾਂ ਸਹੀ, पर बनिस्बत काफ़ी तुसी जल्दी सैटल हो सकते हो, एस्टैबलिश हो सकते हो जी। उन्होंने सारे दर्शकों को दिओ जानकारी। बिल्कुल, पहलों तो सैनी साहब ये समझने की लोड़ है कि जिहड़ी फ्रेंचाइज है उन्होंने अपना पूरी रिसर्च करके, क्योंकि वो काफ़ी सालों तो ये काम कर रहे हैं, उन्हों का पिछले 20 30 50 साल की जिहड़ी कोई फ्रेंचाइज रन कर रही है, उन्होंने कोल ट्रैक रैकड हैगा,
ਉਹਨਾਂ ਨੂੰ ਇਹ ਪਤਾ ਹੈ ਕਿ ਇਸ ਮਾਰਕੀਟ ਦੇ ਵਿੱਚ ਸਾਡਾ ਪ੍ਰੋਡਕਟ ਜਿਹੜਾ ਉਹ ਵਿਕੇਗਾ ਕਿ ਨਹੀਂ ਵਿਕੇਗਾ। ਸਾਡੇ ਸਮਾਜ ਦੇ ਵਿੱਚ, ਸਾਡੇ ਭਾਈਚਾਰੇ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਦੇਖਦੇ ਹਾਂ ਕਿ ਇੱਕ ਜਗ੍ਹਾ ਤੇ ਕੋਈ, ਮੰਨ ਲਓ ਜੇ ਆਪਾਂ ਐਗਜ਼ਾਮਪਲ ਲੈਣੀ ਹੋਵੇ, ਕੋਈ ਸਵੀਟ ਸ਼ਾਪ ਹੈ ਜੀ, ਉਹ ਬੜੀ ਵਧੀਆ ਚੱਲ ਰਹੀ ਹੈ। ਮੈਨੂੰ ਉਸ ਬਿਜ਼ਨਸ ਬਾਰੇ ਤਾਂ ਕੁਝ ਪਤਾ ਨਹੀਂ, ਮੈਂ ਲਿਆ ਕੇ ਨਾਲ ਵਾਲਾ ਪਲਾਜ਼ੇ ਦੇ ਵਿੱਚ ਯੂਨਿਟ ਰੈਂਟ ਕਰਕੇ ਮੈਂ ਵੀ ਉਸੇ ਤਰ੍ਹਾਂ ਦਾ ਹੀ ਬਿਜ਼ਨਸ ਖੋਲ ਦਿੰਦਾ ਕਿ ਮੇਰਾ ਵੀ ਬਿਜ਼ਨਸ ਉੱਥੇ ਚੱਲ ਪਏਗਾ। ਪਰ ਉਹਦੇ 'ਚ ਨਾ ਤਾਂ ਅਸੀਂ ਕੋਈ ਰਿਸਰਚ ਕੀਤੀ, ਨਾ ਸਾਨੂੰ ਇਨ ਡੈਪਥ ਉਸ ਬਿਜ਼ਨਸ ਬਾਰੇ ਕੋਈ ਨੌਲੇਜ ਹੈਗੀ ਆ। ਸੋ ਫਰੈਂਚਾਈਜ਼ ਕੀ ਕਰਦੀ ਹੈਗੀ ਹੈ ਕਿ ਇਹ ਸਾਰੀਆਂ ਗਲਤੀਆਂ ਜਿਹੜੀਆਂ ਅਸੀਂ ਆਮ ਤੌਰ ਤੇ ਇੱਕ ਬਿਜ਼ਨਸ ਸ਼ੁਰੂ ਕਰਨ ਲੱਗੇ ਕਰਦੇ ਹਾਂ, ਉਹਨਾਂ ਨੂੰ ਵਾਈਪ ਆਊਟ ਕਰ ਦਿੰਦੀ ਆ। ਠੀਕ ਹੈ। ਉਹ ਪਹਿਲਾਂ ਤਾਂ ਜਿਹੜਾ ਫਰੈਂਚਾਈਜ਼ ਲੈਣ ਦਾ ਇੱਛੁਕ ਹੈਗਾ ਬਿਜ਼ਨਸਮੈਨ, ਉਹਨੂੰ ਕੁਆਲੀਫਾਈ ਕਰਦੀਆਂ ਨੇ, ਉਹਨੂੰ ਨੌਲੇਜ ਵਾਈਜ਼, ਫਾਈਨੈਂਸ਼ੀਅਲ, ਔਰ ਉਹਦੀ ਦੇਖਦੇ ਆ ਕਿ ਇਹ ਵਾਕਈ ਬੰਦਾ ਜਿਹੜਾ ਇਸ ਬਿਜ਼ਨਸ ਦੇ ਫਿੱਟ ਵੀ ਹੈਗਾ ਕਿ ਨਹੀਂ ਹੈਗਾ। ਕਈ ਫਰੈਂਚਾਈਜ਼ ਦਾ ਬਕਾਇਦਾ ਟੈਸਟ ਹੁੰਦਾ ਆ, ਔਰ ਉਹ ਨੌਲੇਜ ਟੈਸਟ ਕਰਕੇ, ਐਕਸਪੀਰੀਅੰਸ ਦੇਖ ਕੇ ਤਾਂ ਹੀ ਤੁਹਾਨੂੰ ਜਿਹੜੀ ਹੈ ਫਰੈਂਚਾਈਜ਼ ਦਿੰਦੇ ਨੇ। ਉਹਦੇ 'ਚ ਹੁੰਦਾ ਕੀ ਆ ਕਿ ਤੁਹਾਡੇ ਫੇਲ ਹੋਣ ਦੇ ਚਾਂਸਸ ਬਹੁਤ ਘਟ ਜਾਂਦੇ ਨੇ, ਕਿਉਂਕਿ ਉਹ ਨਾਲ ਦੀ ਨਾਲ ਗਾਈਡਲਾਈਨਸ ਦਿੰਦੇ ਰਹਿੰਦੇ ਆ ਕਿ ਹੁਣ ਆਹ ਵਾਲੀ ਇੰਪਰੂਵਮੈਂਟ ਦੀ ਲੋੜ ਹੈ ਸਟੋਰ ਦੇ ਵਿੱਚ, ਜਾਂ ਹੁਣ ਆਹ ਪ੍ਰੋਡਕਟ ਜਿਹੜਾ ਆ ਇਹਨੂੰ ਤੁਸੀਂ ਬੰਦ ਕਰ ਦਿਓ, ਇਹਦੀ ਸੇਲ ਘੱਟ ਹੋ ਰਹੀ ਹੈ, ਤੁਸੀਂ ਆਹ ਵਾਲਾ ਪ੍ਰੋਡਕਟ ਜਿਹੜਾ ਇਹਨੂੰ ਸ਼ੁਰੂ ਕਰ ਦਿਓ। ਗੱਲ ਕੀ ਹੈ ਕਿ ਉਹਦੇ 'ਚ ਹੈਂਡ ਹੋਲਡਿੰਗ ਹੋ ਜਾਂਦੀ ਹੈ ਤੁਹਾਡੀ। ਸੈਕਿੰਡ ਗੱਲ ਉਹਦੇ 'ਚ ਇਹ ਆ ਜਾਂਦੀ ਹੈ ਕਿ ਜ਼ਿਆਦਾਤਰ ਫਰੈਂਚਾਈਜ਼ ਜਿਹੜੀਆਂ ਹੈਗੀਆਂ ਉਹ ਫਾਈਨੈਂਸਿੰਗ ਵੀ ਤੁਹਾਨੂੰ ਪ੍ਰੋਵਾਈਡ ਕਰ ਦਿੰਦੀਆਂ। ਤੁਸੀਂ ਥੋੜ੍ਹਾ ਜਿਹਾ ਕੈਪੀਟਲ ਆਪਣੇ ਕੋਲੋਂ ਲਾਓ, ਨੋ ਡਾਊਟ ਕਿ ਉਹਨਾਂ ਦੇ ਇੰਟਰਸਟ ਰੇਟ ਜਾਂ ਉਹਨਾਂ ਦੀ ਰਾਇਲਟੀ ਉਹ ਤੁਸੀਂ ਜ਼ਰੂਰ ਪੇ ਕਰਦੇ ਹੋ, ਲੇਕਿਨ ਉਹੀ ਗੱਲ ਹੋ ਜਾਏਗੀ ਕਿ ਤੁਸੀਂ ਜੇ ਘਰ ਲੈਣਾ ਹੈ ਤੇ ਤੁਹਾਡੇ ਕੋਲ ਪੈਸੇ ਥੋੜ੍ਹੇ ਨੇ ਔਰ ਤੁਸੀਂ ਮੌਰਗੇਜ ਲੈ ਕੇ ਤੁਸੀਂ ਘਰ ਅਫੋਰਡ ਕਰ ਸਕਦੇ ਹੋ ਔਰ ਉਹਦੀ ਮੰਥਲੀ ਕਿਸ਼ਤ ਦੇ ਸਕਦੇ ਹੋ। ਸੇਮ ਥਿੰਗ ਉਹ ਫਰੈਂਚਾਈਜ਼ ਦੇ ਵਿੱਚ ਹੁੰਦੀ ਹੈ। ਸੋ ਇਸ ਤਰ੍ਹਾਂ ਜੇ ਅਸੀਂ ਦੇਖੀਏ ਤਾਂ ਫਰੈਂਚਾਈਜ਼ ਬਿਜ਼ਨਸ ਜਿਹੜਾ ਮੇਰੇ ਹਿਸਾਬ ਨਾਲ ਇੱਕ ਫੂਲ ਪ੍ਰੂਫ ਤਰੀਕਾ ਹੈਗਾ ਆ ਸਕਸੈਸਫੁਲ ਹੋਣ ਦਾ। ਤੁਸੀਂ ਛੋਟੀ ਫਰੈਂਚਾਈਜ਼ ਤੋਂ ਸ਼ੁਰੂ ਕਰੋ, ਡਾਈਵਰਸੀਫਾਈ ਕਰੋ, ਔਰ ਹੌਲੀ ਹੌਲੀ ਐਕਸਪੀਰੀਅੰਸ ਦੇ ਨਾਲ ਤੁਸੀਂ ਵੱਡੀਆਂ ਫਰੈਂਚਾਈਜ਼ ਦੇ ਵਿੱਚ ਵੀ ਐਂਟਰ ਕਰ ਸਕਦੇ ਹੋ। ਬਹੁਤ ਵਧੀਆ ਜੀ। ਔਰ ਪ੍ਰਵੀਨ ਜੀ, ਆਪਣੀ ਕਮਿਊਨਿਟੀ ਦੇ ਮੈਂ ਦੇਖਿਆ ਬੜੇ ਬੰਦੇ ਜਿਹੜੇ ਟੈਕਸੀ ਚਲਾ ਰਹੇ ਸੀ ਲੰਬੇ ਸਮੇਂ ਤੋਂ, ਟਰੱਕ ਚਲਾ ਰਹੇ ਸੀ, ਪੈਸੇ ਆ ਗਏ, ਉਹ ਕਹਿੰਦੇ ਯਾਰ ਹੁਣ ਉਮਰ ਵੀ ਹੋ ਗਈ, ਹੁਣ ਕਿੰਨੇ ਕੁ ਸਾਲ ਕੰਮ ਕਰੀ ਜਾਣਾ, ਕਿਉਂ ਨਾ ਹੋਵੇ ਕੋਈ ਇਹੋ ਜਿਹਾ ਕੋਈ ਬਿਜ਼ਨਸ ਹੋਵੇ ਜਿਹੜਾ ਲੈ ਲਈਏ ਤੇ ਥੋੜ੍ਹਾ ਜਿਹਾ ਜਾਨ ਵੀ ਸੌਖੀ ਹੋਵੇ। ਗੈਸ ਸਟੇਸ਼ਨ ਲੈਣਾ ਕੋਈ ਸੌਖਾ ਕੰਮ ਨਹੀਂ, ਬਹੁਤ ਇਨਵੈਸਟਮੈਂਟ ਚਾਹੀਦੀ ਹੈ। ਹਾਂਜੀ। ਹੋਟਲ ਲੈਣਾ ਕੋਈ ਸੌਖਾ ਕੰਮ ਨਹੀਂ, ਵੱਡੀਆਂ ਇਨਵੈਸਟਮੈਂਟਸ ਨੇ। ਲੇਕਿਨ ਛੋਟੀਆਂ ਇਨਵੈਸਟਮੈਂਟਸ ਜਿਹੜੀਆਂ ਉਹ ਕਰਨਾ ਚਾਹੁੰਦੇ ਆ, ਪਰ ਕਈ ਵਾਰੀ ਆਪਣਾ ਕੋਈ ਬਿਜ਼ਨਸ, ਕੋਈ ਰੈਸਟੋਰੈਂਟ ਖੋਲ੍ਹ ਲਿਆ, ਕੁਝ ਖੋਲ੍ਹ ਤਾਂ ਕਿਹਾ ਇਹਨਾਂ ਨੇ ਹੁਣੇ ਕਿ ਉਹ ਫਸ ਜਾਂਦੇ ਆ, ਫਿਰ ਉਹ ਫੇਲ ਹੋ ਜਾਂਦੇ ਆ। ਆਈ ਥਿੰਕ ਫਰੈਂਚਾਈਜ਼ ਪਹਿਲੀ ਗੱਲ ਚੰਗੀ ਹੋਵੇ ਤੇ ਉਹ ਵੇਚਣ ਦੀ ਲੋੜ ਹੀ ਨਹੀਂ ਪੈਂਦੀ। ਮੈਂ ਦੇਖਿਆ ਬੜੇ ਬੜੇ ਲੋਕਾਂ ਨੇ ਟਿਮ ਹੋਟਲ ਲੈ ਰੱਖੇ ਆ, ਸਬਵੇਜ਼ ਵਗੈਰਾ ਲੈ ਰੱਖੇ ਆ, ਉਹ ਖੁਸ਼ ਨਾ ਹੋ ਕਹਿੰਦੇ ਜੀ ਸਾਨੂੰ ਲੋੜ ਹੀ ਨਹੀਂ ਵੇਚਣ ਦੀ। ਪਰ ਕੁਝ ਅੱਛੀਆਂ ਅਗਰ ਫਰੈਂਚਾਈਜ਼ਿਸ ਹੋਣ, ਤੁਸੀਂ ਸੈੱਲ ਕਰਨਾ ਚਾਹੋ, ਕਮ ਸੇ ਕਮ ਕੱਲ ਨੂੰ ਤੁਸੀਂ ਸੈੱਲ ਵੀ ਕਰ ਸਕਦੇ ਹੋ। ਬਿਲਕੁਲ ਕਰ ਸਕਦੇ ਜੀ, ਹੈ ਨਾ ਜੀ। ਸੈਣੀ ਸਾਹਿਬ, ਉਹਦੇ 'ਚ ਇੱਕ ਸਭ ਤੋਂ ਵਧੀਆ ਚੀਜ਼ ਪਤਾ ਕੀ ਹੈ ਜੀ, ਜਦੋਂ ਵੀ ਤੁਸੀਂ ਕੋਈ ਫਰੈਂਚਾਈਜ਼ ਸੈੱਲ ਕਰਨੀ ਚਾਹੁੰਦੇ ਹੋ ਨਾ ਜੀ, ਇੱਕ ਬਹੁਤ ਵਧੀਆ ਸਿਸਟਮ ਹੁੰਦਾ ਇਹਨਾਂ ਦੇ ਵਿੱਚ। ਮੋਸਟਲੀ ਜਿਹੜੇ ਫਰੈਂਚਾਈਜ਼ਰ ਨੇ, ਹੁਣ ਮੰਨ ਲਓ ਕਿਸੇ ਵੀ ਚੀਜ਼ ਦੀ ਫਰੈਂਚਾਈਜ਼ ਆ, ਆਪਾਂ ਗੱਲ ਕਰ ਲਈਏ ਜੇ ਟਿਮ ਹਾਰਟਨ ਦੀ, ਮੰਨ ਲਓ ਕਿਸੇ ਸਟੇਜ 'ਤੇ ਕਿਸੇ ਬੰਦੇ ਦਾ ਪਲਾਨ ਬਣਦਾ ਕਿ ਜੀ ਮੈਂ ਹੁਣ ਰਿਟਾਇਰ ਹੋਣਾ, ਮੈਂ ਟਿਮ ਹਾਰਟਨ ਨਹੀਂ ਕੈਰੀ ਕਰਨਾ ਚਾਹੁੰਦਾਗਾ, ਰਾਈਟ। ਤਾਂ ਉਹ ਜਿਹੜੇ ਉਹਨਾਂ ਦੇ ਕਾਰਪੋਰੇਸ਼ਨਸ ਨੇ, ਉਹ ਕਾਰਪੋਰੇਸ਼ਨਸ ਹੀ ਅੱਗੇ ਕਿਸੇ ਨਾ ਕਿਸੇ ਬੰਦੇ ਨੂੰ ਕੁਆਲੀਫਾਈ ਕਰਕੇ ਉਹ ਤੁਹਾਨੂੰ ਦੇ ਦਿੰਦੀਆਂ ਨੇ, ਔਰ ਉਹ ਤੁਹਾਡੀ ਇਨਕਮ ਦੇ ਮੁਤਾਬਕ ਫਿਰ ਤੁਹਾਨੂੰ ਮਾਰਕੀਟ ਵੈਲਿਊ ਆ ਜਿਹੜੀ ਉਹਨਾਂ ਦੀ, ਉਹ ਤੁਹਾਨੂੰ ਉਹਦੀ ਗੁੱਡਵਿਲ ਮਿਲ ਜਾਂਦੀ ਹੈ। ਠੀਕ ਹੈ ਜੀ। ਲਓ ਜੀ, ਇਹ ਸੀ ਸਾਡੀ ਗੱਲਬਾਤ ਅੱਜ ਦੀ ਪ੍ਰਵੀਨ ਅਰੋੜਾ ਔਰ ਸ਼ਮਸ਼ੇਰ ਹੋਰਾਂ ਦੇ ਨਾਲ, ਸ਼ਮਸ਼ੇਰ ਢਿੱਲੋਂ ਹੋਰਾਂ ਦੇ ਨਾਲ। ਸੋ ਅਜੇ ਵੀ ਇਹਨਾਂ ਨੇ ਜਿਹੜੀ ਗੱਲ ਦੱਸੀ ਆ ਉਹ ਬੜੀ ਆਊਟਲਾਈਨ, ਬਾਹਰੋਂ ਅਜੇ ਗੱਲ ਦੱਸੀ ਆ, ਤੁਹਾਨੂੰ ਕੋਈ ਬਹੁਤੀ ਡਿਟੇਲ 'ਚ ਜਾ ਕੇ ਨਹੀਂ ਦੱਸ ਸਕੇ, ਕਿਉਂਕਿ ਸਮੇਂ ਦੀ ਨਜ਼ਾਕਤ ਹੁੰਦੀ ਹੈ, ਸਾਡੇ ਕੋਲ ਲੈ ਦੇ ਕੇ ਟਾਈਮ ਥੋੜ੍ਹਾ ਹੁੰਦਾ ਹੈ। ਪਰ ਇਹਨਾਂ ਨੇ ਛੂਹਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਇਹਨਾਂ ਗੱਲਾਂ ਨੂੰ। ਸੋ ਹਾਂ, ਤੁਸੀਂ ਡਿਟੇਲ 'ਚ ਜਾਣਨਾ ਚਾਹੁੰਦੇ ਹੋ, ਇਹਨਾਂ ਦਾ ਨੰਬਰ ਸਕਰੀਨ 'ਤੇ ਆ ਰਿਹਾ, ਤੁਸੀਂ ਜ਼ਰੂਰ ਇਹ ਨੰਬਰ ਨੂੰ ਪੜ੍ਹੋ, ਉਦੋਂ ਕਾਲ ਕਰੋ, ਫਿਰ ਇਹਨਾਂ ਨਾਲ ਬੈਠੋ, ਫਿਰ ਚਾਹੇ ਕੌਫੀ ਦੇ ਕੱਪ 'ਤੇ ਬੈਠੋ, ਕਿਤੇ ਵੀ ਬੈਠ ਕੇ ਅੱਧਾ ਘੰਟਾ ਇਹਨਾਂ ਨਾਲ ਲਗਾਓ ਔਰ ਆਪਣਾ ਬਜਟ ਦੱਸੋ, ਆਪਣੀ ਚੁਆਇਸ ਦੱਸੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਬਿਜ਼ਨਸ ਰਨ ਕਰਨ ਦਾ ਸ਼ੌਕ ਹੈ। ਅਤੇ ਜੇ ਉਹ ਜਿਹਾ ਕੋਈ ਬਿਜ਼ਨਸ ਅਵੇਲੇਬਲ ਹੋਏਗਾ, ਉਹ ਜੇ ਕੋਈ ਫਰੈਂਚਾਈਜ਼ ਅਵੇਲੇਬਲ ਹੋਏਗੀ, ਇਹ ਤੁਹਾਨੂੰ ਡੈਫੀਨੇਟਲੀ ਗਾਈਡ ਕਰਨਗੇ। ਪਰ ਸਾਰੇ ਉਹਦੇ ਜਿਹੜੇ ਆਸਪੈਕਟਸ ਆ ਉਹ ਵੀ ਤੁਹਾਨੂੰ ਦੱਸਣਗੇ। ਤਾਂ ਇੱਕ ਮੇਰੀ ਤੁਹਾਨੂੰ ਲਾਸਟ ਬੇਨਤੀ ਜ਼ਰੂਰ ਹੈ ਕਿ ਸਾਰੇ ਹੀ ਜਿਹੜੇ ਬਿਜ਼ਨਸ ਟਿਮ ਹਾਰਟਨ ਵਰਗੇ ਨਹੀਂ ਹੁੰਦੇ, ਬਹੁਤ ਸਾਰੀਆਂ ਫਰੈਂਚਾਈਜ਼ਿਸ ਐਸੀਆਂ ਵੀ ਨੇ
ਜਿਹੜੀਆਂ ਨਹੀਂ ਵੀ ਕਾਮਯਾਬ ਹੋਈਆਂ, ਜਿਹੜੀਆਂ ਲੋਕਾਂ ਨੇ ਲਈਆਂ ਉਹ ਨਹੀਂ ਵੀ ਚੱਲੀਆਂ ਉਹਨਾਂ ਕੋਲੋਂ, ਉਹਦੇ ਵੀ ਫਿਰ ਅੱਗੇ ਬੜੇ ਸਾਰੇ ਹੋਰ ਰੀਜ਼ਨਸ ਨੇ। ਸੋ ਇਹ ਜ਼ਰੂਰੀ ਨਹੀਂ ਕਿ ਹਰ ਫਰੈਂਚਾਈਜ਼ ਬਿਜ਼ਨਸ ਚੱਲਦਾ ਹੀ ਚੱਲਦਾ ਹੈ, ਪਰ ਸੋਚ ਸਮਝ ਕੇ ਲਿਆ ਗਿਆ ਫੈਸਲਾ, ਸਾਰੇ ਆਸਪੈਕਟਸ ਨੂੰ ਧਿਆਨ 'ਚ ਕੋਕ ਕਰਕੇ ਲਿਆ ਗਿਆ ਕੋਈ ਵੀ ਫੈਸਲਾ ਜਾਂ ਬਿਜ਼ਨਸ ਖਰੀਦਿਆ ਗਿਆ, ਉਹ ਕਦੀ ਤੁਸੀਂ ਉਹਦੇ 'ਚ ਗਲਤ ਸਾਬਤ ਨਹੀਂ ਹੋ ਸਕਦੇ। ਬਜਾਏ ਦੇ ਕਿ ਆਪ ਤੁਸੀਂ ਕੋਈ ਰਿਸਕ ਲੈ ਕੇ ਕੋਈ ਬਿਜ਼ਨਸ ਸ਼ੁਰੂ ਕਰ ਲਓ, ਫਿਰ ਉਸ ਨੂੰ ਪ੍ਰਮੋਟ ਕਰੋ, ਫਿਰ ਤੁਸੀਂ ਸੋਚੋ ਕਿ ਗਾਹਕ ਨਹੀਂ ਆ ਰਹੇ ਅਤੇ ਅਲਟੀਮੇਟਲੀ ਸਾਲ 1.5 ਸਾਲ ਬਾਅਦ ਤੁਹਾਡਾ ਕਹਿੰਦੇ ਨਾ ਜੀ ਸਾਹ ਟੁੱਟ ਜਾਵੇ। ਉਹਦੇ 'ਚ ਨਾ ਪਵੋ ਅਤੇ ਕੋਸ਼ਿਸ਼ ਕਰੋ ਕਿ ਪਹਿਲਾਂ ਇਹਨਾਂ ਨਾਲ ਬੈਠੋ, ਇਹਨਾਂ ਤੋਂ ਸਲਾਹ ਲਵੋ, ਅਤੇ ਫਿਰ ਸ਼ਾਇਦ ਮੈਂ ਇਸ ਗੱਲ ਦਾ ਮੈਨੂੰ ਯਕੀਨ ਹੈ ਕਿ ਤੁਹਾਨੂੰ ਸਹੀ ਸਲਾਹ ਦੇਣਗੇ। ਪ੍ਰਵੀਨ ਜੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੈਣੀ ਸਾਹਿਬ। ਬਾਕੀ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ ਕਿ ਹਰ ਫਰੈਂਚਾਈਜ਼ ਬਿਜ਼ਨਸ ਕਾਮਯਾਬ ਨਹੀਂ ਹੁੰਦਾ ਗਾ, ਉਹਦੇ 'ਚ ਕਈ ਚੀਜ਼ਾਂ ਨੇ ਸੈਣੀ ਸਾਹਿਬ। ਕਈ ਵਾਰ ਇਹ ਹੁੰਦਾ ਕਿ ਕਈ ਫਰੈਂਚਾਈਜ਼ ਬਿਜ਼ਨਸ ਨੇ ਜਿਹੜੇ ਜੋ ਉਹਨਾਂ ਦੀ ਡਿਮਾਂਡ ਹੁੰਦੀ ਆ ਟਾਈਮ ਦੀ ਜਾਂ ਮਨੀ ਦੀ ਜਾਂ ਐਫਰਟਸ ਦੀ, ਆਪਾਂ ਉਹ ਨਹੀਂ ਪੂਰਾ ਕਰ ਸਕਦੇ। ਸੋ ਉਹਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਇਸ ਬਿਜ਼ਨਸ ਦੀ ਕੀ ਰਿਕੁਆਇਰਮੈਂਟ ਆ, ਫਿਰ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਉਹ ਫੁੱਲਫਿਲ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਠੀਕ ਹੈ ਜੀ ਪ੍ਰਵੀਨ, ਤੁਸੀਂ ਕੋਈ ਲਾਸਟ ਸ਼ਮਸ਼ੇਰ ਜੀ? ਨਹੀਂ ਜੀ, ਬਿਲਕੁਲ ਜਿਵੇਂ ਪ੍ਰਵੀਨ ਜੀ ਨੇ ਵੀ ਕਹਿ ਦਿੱਤਾ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਅਸੀਂ ਬੈਠ ਕੇ ਤੁਹਾਨੂੰ ਉਹਦਾ ਇਨ ਆਊਟ, ਉਹਦੇ ਫਾਇਦੇ ਨੁਕਸਾਨ ਸਾਰੀ ਗੱਲ ਸਮਝਾਵਾਂਗੇ। ਜੇ ਤੁਹਾਨੂੰ ਲੱਗੇਗਾ ਕਿ ਇਹ ਕੁਝ ਐਸੀ ਚੀਜ਼ ਹੈ ਜਿਹਦੇ 'ਚ ਤੁਸੀਂ ਵਰਕਆਊਟ ਕਰ ਸਕਦੇ ਹੋ, ਬਾਕੀ ਉਹਦੀ ਸਾਰੀਆਂ ਫਾਰਮੈਲਿਟੀਜ਼ ਜਿਹੜੀਆਂ ਨੇ ਉਹ ਅਸੀਂ ਆਪ ਤੁਹਾਡੇ ਨਾਲ ਚੱਲ ਕੇ ਉਹਨਾਂ ਨੂੰ ਪੂਰਾ ਕਰਾਂਗੇ ਔਰ ਤੁਹਾਨੂੰ ਇੱਕ ਸਫਲ ਬਿਜ਼ਨਸਮੈਨ ਬਣਾਉਣ ਦੇ ਵਿੱਚ ਸਾਡਾ ਵੀ ਥੋੜ੍ਹਾ ਜਿਹਾ ਯੋਗਦਾਨ ਰਹੇਗਾ। ਤੇ ਲਓ ਜੀ, ਇਸ ਸਾਡਾ ਅੱਜ ਦਾ ਪ੍ਰਵਾਸੀ ਪ੍ਰਾਪਰਟੀਜ਼ ਜਿਹੜਾ ਸਾਡਾ ਸ਼ੋਅ ਹੈ ਉਹਦਾ ਇਹ ਅੰਕ, ਔਰ ਤੁਸੀਂ ਇਹ ਅਸੀਂ ਕਾਫੀ ਵਾਰੀ ਰਿਪੀਟ ਕਰਦੇ ਹੁੰਦੇ ਹਾਂ। ਜੇ ਕਦੀ ਕੋਈ ਮਿਸ ਕਰ ਜਾਓ ਕਿਸੇ ਇਸ਼ੂ ਦੇ ਵਿੱਚ, ਕੋਈ ਪੂਰੀ ਗੱਲ ਨਹੀਂ ਸਮਝ ਆਈ, ਇਹ ਪੂਰਾ ਹੁਣ ਅਗਲੇ 4-5 ਦਿਨ ਬਾਰ-ਬਾਰ ਰਿਪੀਟ ਕਰਨਾ ਹੈ। ਅਤੇ ਕਿਸੇ ਵੇਲੇ ਵੀ ਤੁਸੀਂ ਚੈੱਕ ਕਰਦੇ ਰਹੋ ਸਾਡਾ ਟੈਲੀਵਿਜ਼ਨ ਚੈਨਲ ਦੀ ਲਿਸਟ, ਉਹ 'ਚ ਅਸੀਂ ਸਾਰੀ ਜਾਣਕਾਰੀ ਦਿੰਦੇ ਹਾਂ। ਅਤੇ ਇਸ ਨੂੰ ਫਿਰ ਵੀ ਵਾਚ ਕਰ ਸਕਦੇ ਹੋ ਔਰ ਦੋਸਤਾਂ ਮਿੱਤਰਾਂ ਤੱਕ ਵੀ ਇਹਨਾਂ ਦਾ ਨੰਬਰ ਪਹੁੰਚਾਓ। ਤੁਹਾਡੀ ਕਈ ਵਾਰੀ ਆਪਣੀ ਲੋੜ ਨਾ ਹੋਵੇ ਇਮੀਡੀਏਟਲੀ, ਹੋ ਸਕਦਾ ਤੁਹਾਡੇ ਕਿਸੇ ਰਿਲੇਟਿਵ ਕਿਸੇ ਦੋਸਤ ਦੀ ਹੋਵੇ, ਅਤੇ ਇਹ ਇਹਨਾਂ ਦਾ ਸੁਨੇਹਾ ਉਹਨਾਂ ਤੱਕ ਵੀ ਪਹੁੰਚਾ ਸਕਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ।